ਅੱਜ ਆਪਾਂ ਗੱਲ ਕਰਾਂਗੇ ਜੀ ਵਰਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਸੈਸ਼ਨ ਨੰਬਰ 10 ਹੈ ਜਿਹੜਾ ਸਮਾਰਟ ਆਰਟ ਦੀ ਵਰਤੋਂ ਯੂਜ਼ਿੰਗ ਸਮਾਰਟ ਆਰਟ। ਇਸ ਤੋਂ ਪਹਿਲਾਂ ਆਪਾਂ ਨੇ ਸਕਰੀਨਸ਼ਾਟਸ, ਪਲੇਇੰਗ ਵਿਦ ਪਿਕਚਰਸ, ਟੈਕਸਟ ਬਾਕਸ ਅਤੇ ਫੁੱਲ ਕੋਰਸ ਨੂੰ ਬਣਾਉਣਾ, ਠੀਕ ਹੈ, ਉਹਨਾਂ ਦੀ ਵਰਤੋਂ ਕਰਨੀ। ਤੇ ਆਪਾਂ ਨੇ ਇੱਕ ਵਰਡ ਨੂੰ ਸਟਾਈਲ ਦੇ ਕੇ ਇੱਕ ਸਹੂਲਤ ਪ੍ਰਦਾਨ ਕੀਤੀ ਸੀ, ਜਿਹੜੀ ਵਰਡ ਆਰਟ ਸੀ, ਉਸ ਦੇ ਬਾਰੇ ਗੱਲ ਕੀਤੀ ਸੀ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਰਟ ਆਰਟ ਦੀ ਵਰਤੋਂ। ਸਮਾਰਟ ਆਰਟ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਐਡਿਟ ਅਤੇ ਫਾਰਮੈਟ ਹੋਣ ਵਾਲੀਆਂ ਡਾਇਗਰਾਮਸ ਦਾ ਕੀ ਹੈ ਸਮੂਹ ਹੈ, ਜਿਨ੍ਹਾਂ ਨੂੰ ਆਪਾਂ ਐਡਿਟ ਕਰ ਸਕਦੇ ਹਾਂ, ਜਿਨ੍ਹਾਂ ਦੇ ਲਈ ਆਪਾਂ ਨੂੰ ਇੱਕ ਪ੍ਰੋਸੈਸ ਚਲਾਉਣਾ ਪੈਂਦਾ ਹੈ, ਜਿਨ੍ਹਾਂ ਚੀਜ਼ਾਂ ਦੇ ਲਈ ਜਾਂ ਜਿਨ੍ਹਾਂ ਪ੍ਰੋਜੈਕਟਸ ਦੇ ਲਈ ਆਪਾਂ ਨੂੰ ਪ੍ਰੋਸੈਸ ਦਿਖਾਉਣਾ ਪੈਂਦਾ ਹੈ, ਆਪਾਂ ਉੱਥੇ ਕੀ ਸਮਾਰਟ ਆਰਟ ਦੀ ਵਰਤੋਂ ਕਰਦੇ ਹਾਂ। ਠੀਕ ਹੈ, ਜਿੱਥੇ ਕਹਿੰਦੇ ਆਪਣੇ ਸਟੈਪ ਬਾਈ ਸਟੈਪ ਕੋਈ ਚੀਜ਼ ਕਰਨੀ ਹੈ, ਉੱਥੇ ਕੀ ਕਰਦੇ ਆਪਾਂ ਇਸ ਦੀ ਵਰਤੋਂ ਕਰਦੇ ਹਾਂ, ਜਿਨ੍ਹਾਂ ਦੀ ਵਰਤੋਂ ਕਹਿੰਦੇ ਆਰਗੇਨਾਈਜੇਸ਼ਨ ਚਾਰਟ, ਪ੍ਰੋਸੈਸ ਡਾਇਗਰਾਮ, ਰਿਲੇਸ਼ਨਸ਼ਿਪ ਡਾਇਗਰਾਮ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਕਹਿੰਦੇ ਜਦੋਂ ਤੁਸੀਂ ਕੋਈ ਫਲੋ ਚਾਰਟ ਨੂੰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਚੰਗੀ ਦਿੱਖ ਵਾਲੀ ਤਸਵੀਰ ਸਟੈਪਸ ਨੂੰ ਬਿਆਨ ਕਰਨ ਦੇ ਵਿੱਚ ਮਦਦ ਕਰਦੀ ਹੈ। ਠੀਕ ਹੈ, ਉਹ ਸਟੈਪ ਬਾਈ ਸਟੈਪ ਤੁਹਾਨੂੰ ਕੀ ਦੱਸਦੇ ਡਾਇਗਰਾਮ, ਕਿਉਂਕਿ ਇਹ ਕੀ ਇੱਕ ਡਾਇਗਰਾਮ ਦਾ ਕੀ ਇਹ ਸਮੂਹ ਹੈ। ਆਰਟ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਕੋਈ ਇੱਕ ਡਾਇਗਰਾਮ ਜਾਂ ਇੱਕ ਫਿਗਰ ਜਾਂ ਸ਼ੇਪ ਹੋਊਗੀ, ਜਿਸ ਤੋਂ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ ਕਿ ਇਹ ਇਸ ਤਰ੍ਹਾਂ ਸਟੈਪ ਅੱਗੇ ਫੋਲੋ ਕਰਨਾ ਆਪਾਂ। ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਵੀ ਇੱਕ ਅਜਿਹੀ ਸੁਵਿਧਾ ਹੈਗੀ ਜਿਸ ਨੂੰ ਅਸੀਂ ਸਮਾਰਟ ਆਰਟ ਕਿਹਾ। ਤਾਂ ਆਪਾਂ ਗੱਲ ਕਰੀਏ ਸ਼੍ਰੇਣੀਆਂ ਦੀ, ਤਾਂ ਸ਼੍ਰੇਣੀ ਵਿੱਚ 115 ਨੇ ਪਹਿਲਾਂ ਤੋਂ ਸੈੱਟ ਕੀਤੀਆਂ ਸਮਾਰਟ ਆਰਟ ਗ੍ਰਾਫਿਕਸ ਲੇਆਊਟ ਨੇ। ਤਾਂ ਜਿਹੜੇ MS ਆਫਿਸ ਦੁਆਰਾ ਜਿਹੜੇ ਪਹਿਲਾਂ ਤੋਂ ਹੀ ਗ੍ਰਾਫਿਕਸ ਲੇਆਊਟ ਬਣਾਏ ਹੋਏ ਨੇ, ਟੈਂਪਲੇਟਸ ਬਣਾਏ ਨੇ, ਉਹ ਕਿੰਨੇ ਨੇ ਜੀ 115। ਬਟ ਜਿਹੜੀ ਮੇਨ ਸ਼੍ਰੇਣੀਆਂ ਨੇ, ਠੀਕ ਹੈ, ਜਿਨ੍ਹਾਂ ਨੂੰ ਅੱਗੇ ਆਪਾਂ ਕੈਟੇਗਰਾਈਜ਼ ਕਰਕੇ ਉਸ ਤੋਂ ਬਾਅਦ ਵਿੱਚ ਆਪਾਂ ਟੈਂਪਲੇਟ ਸਟੋਰ ਕੀਤੇ ਹੋਏ ਨੇ, ਜਿਹੜੇ ਮੇਨ ਨੇ ਉਹ ਕਿੰਨੇ ਨੇ 7 ਸ਼੍ਰੇਣੀਆਂ ਨੇ, ਜਿਵੇਂ ਲਿਸਟ, ਪ੍ਰੋਸੈਸ, ਸਾਈਕਲ, ਹਾਇਰਾਰਕੀ, ਪਿਰਾਮਿਡ, ਰਿਲੇਸ਼ਨਸ਼ਿਪਸ, ਇਹ ਸਾਰੇ ਕੀ ਨੇ ਆਪਣੇ ਜੀ ਸ਼੍ਰੇਣੀਆਂ ਨੇ। ਆਪਾਂ ਇਸ ਤੋਂ ਪਹਿਲਾਂ ਸਪਰੈਡਸ਼ੀਟ ਦੇ ਵਿੱਚ ਵੀ ਕਰਕੇ ਆਏ ਸੀ। ਕਹਿੰਦੇ ਉਦਾਹਰਨ ਐਗਜ਼ਾਮਪਲ ਦੇ ਤੌਰ ਤੇ ਜੇਕਰ ਤੁਸੀਂ ਕੋਈ ਅਜਿਹੀ ਡਾਇਗਰਾਮ ਬਣਾਉਣਾ ਚਾਹੁੰਦੇ ਹੋ ਜੋ ਕਿ ਪ੍ਰੋਸੈਸ ਫਲੋ ਜਾਂ ਕੰਮ ਦੇ ਬਹਾਉ ਨੂੰ ਦਰਸਾਵੇ ਜੀ, ਤਾਂ ਤੁਸੀਂ ਕੀ ਕਰੋਗੇ, ਤਾਂ ਕਹਿੰਦੇ ਪ੍ਰੋਸੈਸ ਸਮਾਰਟ ਆਰਟ ਸਟਾਈਲ ਨੂੰ ਕੀ ਵਰਤ ਸਕਦੇ। ਤੇ ਜਿਹੜੀਆਂ ਸ਼੍ਰੇਣੀਆਂ ਨੇ 7, ਉਹਨਾਂ ਵਿੱਚ ਪਹਿਲੀ ਸ਼੍ਰੇਣੀ ਜਿਹੜੀ ਜਿਵੇਂ ਲਿਸਟ ਬਣਾਉਣ ਲਈ ਇਸ ਸਟਾਈਲ ਦੀ ਕੀ ਵਰਤੋਂ ਕਰਦੇ। ਜੇ ਕੋਈ ਲਿਸਟਾਂ ਬਣਾਉਣੀਆਂ ਨੇ ਆਪਾਂ ਤਾਂ ਲਿਸਟ ਜਿਹੜੀ ਸ਼੍ਰੇਣੀ ਹੈ ਸਮਾਰਟ ਆਰਟ ਦੀ ਵਰਤੋਂ ਕਰਾਂਗੇ। ਜੇ ਕੋਈ ਆਪਣੇ ਪ੍ਰੋਸੈਸ ਦਿਖਾਉਣਾ ਸਟੈਪ ਬਾਈ ਸਟੈਪ, ਠੀਕ ਹੈ, ਕੰਮ ਦੇ ਵਿੱਚ ਸਟੈਪਸ ਨੂੰ ਦਿਖਾਉਣ ਦੇ ਲਈ ਆਪਾਂ ਕੀ ਪ੍ਰੋਸੈਸ ਦੀ ਵਰਤੋਂ ਕਰਦੇ। ਸਾਈਕਲ ਲਗਾਤਾਰ ਕੰਮ ਦੇ ਵਿੱਚ ਸਟੈਪਸ ਨੂੰ ਦਿਖਾਉਣ ਦੇ ਲਈ, ਜਿਵੇਂ E1 ਸਾਈਕਲ ਦੇ ਵਿੱਚ ਤੁਹਾਨੂੰ ਦੱਸਦਾ ਜਿਵੇਂ ਰਿੰਗ ਟੋਪੋਲੋਜੀ ਹੈ। ਹਾਇਰਾਰਕੀ ਇੱਕ ਟਰੀ ਦੀ ਤਰ੍ਹਾਂ ਤੁਹਾਨੂੰ ਨਜ਼ਰ ਆਉਂਦੀ ਹੈਗੀ, ਡਿਸੀਜਨ ਟਰੀ ਡਾਇਗਰਾਮ ਨੂੰ ਦਰਸਾਉਣ ਦੇ ਲਈ ਆਪਾਂ ਇਸ ਦੀ ਵਰਤੋਂ ਕਰਦੇ ਹਾਂ। ਰਿਲੇਸ਼ਨਸ਼ਿਪ ਕਹਿੰਦਾ ਜੀ ਆਪਸੀ ਸੰਬੰਧਾਂ ਦੇ ਵਿੱਚ ਕੀ ਦਾ ਸੰਬੰਧ ਇਸ ਨਾਲ ਹੈ, ਇਹਦਾ ਸੰਬੰਧ ਇਸ ਦੇ ਨਾਲ ਹੈ, ਜਿਵੇਂ ਐਂਟੀਟੀ ਰਿਲੇਸ਼ਨਸ਼ਿਪ ਹੁੰਦਾ ਆਪਣੇ ਡਾਟਾਬੇਸ ਦੇ ਵਿੱਚ, ਐਂਟੀਟੀ ਰਿਲੇਸ਼ਨਸ਼ਿਪ ਡਾਇਗਰਾਮਸ ਹੁੰਦੇ। ਮੈਟ੍ਰਿਕਸ ਇਹ ਦਰਸਾਉਣ ਲਈ ਕਿ ਜਿਵੇਂ ਕਿ ਕਿਵੇਂ ਜਿਹੜੇ ਭਾਗ ਨੇ ਪੂਰੇ ਸੰਬੰਧਿਤ ਨੇ ਇੱਕ ਦੂਜੇ ਨਾਲ, ਤੇ ਉਹਨੂੰ ਕਿਵੇਂ ਆਪਾਂ ਵਰਤਣਾ ਹੈਗਾ ਉਸ ਦੇ ਬਾਰੇ ਕੀ ਗੱਲ ਕਰਦੇ ਹਾਂ। ਪਿਰਾਮਿਡ ਦੇ ਵਿੱਚ ਕੀ ਹੁੰਦਾ ਹੈਗਾ, ਸਭ ਤੋਂ ਉੱਪਰ ਜਾਂ ਸਭ ਤੋਂ ਨੀਚੇ ਅਤੇ ਸਭ ਤੋਂ ਵੱਡੇ ਕੰਪੋਨੈਂਟ ਦੇ ਨਾਲ ਸੰਬੰਧਿਤ ਨੂੰ ਦਿਖਾਉਣ ਦੇ ਲਈ ਆਪਾਂ ਵਰਤੋਂ ਕਰਦੇ ਹਾਂ। ਇੱਕ ਪਿਰਾਮਿਡ ਤੁਸੀਂ ਦੇਖਿਆ ਹੋਊਗਾ, ਤਕੋਣ ਟਾਈਪ ਜਿਹਾ ਹੁੰਦਾ ਹੈਗਾ। ਤਾਂ ਅੱਜ ਹੁਣ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਆਪਾਂ ਜਿਹੜਾ ਸਮਾਰਟ ਆਰਟ ਨੂੰ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ, ਸਮਾਰਟ ਆਰਟ ਕੀ ਬਣਾਉਣਾ ਡਾਇਗਰਾਮਸ। ਵਰਡ ਪ੍ਰੋਸੈਸਰ ਦੇ ਵਿੱਚ ਕਹਿੰਦੇ ਇੱਕ ਨਵਾਂ ਡਾਕੂਮੈਂਟ ਖੋਲੋ। ਸਮਾਰਟ ਆਰਟ ਨੂੰ ਜਿਵੇਂ ਆਪਾਂ ਪਿਕਚਰ, ਟੇਬਲ, ਠੀਕ ਹੈ, ਕਲਿੱਪ ਆਰਟਸ ਦਾਖਲ ਕਰਦੇ ਸੀ, ਉਸੇ ਤਰ੍ਹਾਂ ਆਪਾਂ ਇਨਸਰਟ ਟੈਬ ਦੀ ਵਰਤੋਂ ਕਰਕੇ ਇਲੂਸਟ੍ਰੇਸ਼ਨ ਗਰੁੱਪ ਦੇ ਹੇਠ ਤੁਹਾਨੂੰ ਸਮਾਰਟ ਆਰਟ ਜਿਹੜੀ ਆਰਟ ਜਿਹੜੀ ਆਪਸ਼ਨ ਨਜ਼ਰ ਆਊਗੀ। ਤਾਂ ਉਸ ਦੇ ਵਿੱਚ ਤੁਹਾਨੂੰ ਸਟਾਈਲ ਜੀ ਨਜ਼ਰ ਆਉਣਗੇ ਕਿ ਕਿਹੜੀ ਕਿਹੜੀ ਤੁਸੀਂ ਚੀਜ਼ ਨੂੰ ਲੈਣਾ ਚਾਹੁੰਦੇ ਹੋ, ਕਿਹੜਾ ਸਟਾਈਲ ਤੁਸੀਂ ਵਰਤਣਾ ਚਾਹੁੰਦੇ ਹੋ, ਕਿ ਕਿਸ ਤਰ੍ਹਾਂ ਤੁਹਾਡਾ ਪ੍ਰੋਜੈਕਟ ਹੈਗਾ, ਇੱਕ ਲਿਸਟ ਦੀ ਤਰ੍ਹਾਂ ਹੈਗਾ, ਇੱਕ ਸਾਈਕਲ ਦੀ ਤਰ੍ਹਾਂ ਹੈਗਾ, ਇੱਕ ਡਿਸੀਜਨ ਟਰੀ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਵੀ ਤੁਹਾਡਾ ਇੱਕ ਪ੍ਰੋਜੈਕਟ ਹੈ, ਪ੍ਰੋਸੈਸ ਹੈਗਾ, ਉਸ ਨੂੰ ਦਿਖਾਉਣਾ ਚਾਹੁੰਦੇ ਹੋ ਡਾਇਗਰਾਮ ਦੀ ਮਦਦ ਨਾਲ, ਤਾਂ ਉਸ ਦੇ ਅਕੋਰਡਿੰਗ ਤੁਸੀਂ ਕਿ ਇਸ ਸਟਾਈਲ ਨੂੰ ਕੀ ਚੂਜ਼ ਕਰੋਗੇ, ਚੁਣੋਗੇ। ਤੁਹਾਨੂੰ ਦੱਸਦਾ 115 ਕੇ ਬਾਈ ਡਿਫਾਲਟ ਇਸ ਦੇ ਵਿੱਚ ਇਨਬਿਲਟ ਕੀ ਇਸ 'ਚ ਸਟੋਰ ਨੇ ਜਾਂ ਸੇਵ ਕੀਤੇ ਹੋਏ। ਆਨਲਾਈਨ ਸ਼ਾਪਿੰਗ ਪ੍ਰੋਸੈਸ ਨੂੰ ਦਿਖਾਉਣ ਦੇ ਲਈ ਕਹਿੰਦੇ ਕੁਝ
ਹੇਠਲੇ ਕੇ ਸਟੈਪਸ ਨੇ। ਖੱਬੇ ਪੈਨ ਵਿੱਚ ਪ੍ਰੋਸੈਸ ਨੂੰ ਚੁਣੋ, ਅਗਲੇ ਪੈਨ ਵਿੱਚ ਵਰਟੀਕਲ ਸੈਵਰਨ ਲਿਸਟ ਨੂੰ ਚੁਣੋ ਤੇ ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰੋ। ਤੇ ਕਿਸ ਤਰ੍ਹਾਂ ਹੋਊਗਾ ਆਪਾਂ ਦੇਖਦੇ ਹਾਂ। ਤੇ ਇਹਨਾਂ ਨੇ ਬਣਾਇਆ ਫਲੋ ਚਾਰਟ ਬਣਾਇਆ ਜੀ। ਪਹਿਲਾਂ ਕਹਿੰਦੇ ਜੀ ਵਿਜ਼ਿਟ ਕਰੋ ਫਲਿੱਪਕਾਰਟ ਸੇ, ਸਿਲੈਕਟ ਪ੍ਰੋਡਕਟ, ਕੰਪੇਅਰ ਪ੍ਰਾइस पिक्चर्स, ਐਡ ਟੂ ਸ਼ੋਪਿੰਗ ਕਾਰਟਸ, ਮੇਕ ਪੇਮੈਂਟ। ਦੈਨ ਆਪਾਂ ਕੀ ਕਰਾਂਗੇ, ਆਪਾਂ ਦੇਖਦੇ ਹਾਂ। ਆਪਾਂ ਸਭ ਤੋਂ ਪਹਿਲਾਂ MS ਵਰਡ ਕੀ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਤਾਂ ਇਨਸਰਟ ਟੈਬ ਦੀ ਮੈਂ ਦੇਖੋ ਵਰਤੋਂ ਕਰ ਰਿਹਾ ਹੈਗਾ। ਇਸ ਦੇ ਵਿੱਚ ਸਮਾਰਟ ਆਰਟ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਇਸ ਵਿੱਚ ਵੱਖ ਤੁਹਾਨੂੰ ਦੱਸੇ ਕੈਟੇਗਰੀ, ਲਿਸਟ, ਪ੍ਰੋਸੈਸ, ਸਾਈਕਲ, ਹਾਇਰਾਰਕੀ, ਰਿਲੇਸ਼ਨਸ਼ਿਪ, ਮੈਟ੍ਰਿਕਸ। मान लो मैं साइकिल है, पहले एक सिंपल दिखा रहा है साइकिल। एक रिंग टोपोलॉजी बनानी चाहना मैं, इतने लिख रहा मैं जी PC1, इतने PC2, PC3, PC4, PC5। इसका स्टाइल देखना, जिन्हें कोई होर स्टाइल लेना स्टाइल कोई भी ले सकते, स्मार्ट स्टाइल के थोड़ा पता जो भी आप ऐड कर देंगे, चाहे चार्ट कर दें, चाहे तस्वीर, तो एक फॉर्मेट टैब तो डिजाइन टैब नज़र आते हैं। ठीक है, चार्ट दाखिल करते हैं थोड़ा डिजाइन टैब भी नज़र आता है, एक फॉर्मेट टैब भी, बट चार्ट के नाल एक लेआउट टैब नज़र आता थोड़ा। इतने बाय डिफॉल्ट अंदर लेआउट ग्रुप्स के विच ही तुहानूं लेआउट्स नज़र आउणगे। इस तरह चाहते हो, इस तरह भी कर सकते हो। जो सर्कल के दिखाना चाहते तो जो कलर चेंज करना, तुसीं चेंज कलर ऑप्शन तो तुहानूं अवेलेबल है, उसकी मदद नाल के कलर कर सकते चेंज। तो एक रिंग टोपोलॉजी की तरह एक वर्क कर रहा है। देखो जो PC1 ने PC4 ਨੂੰ डाटा भेजना है तो पहला कितने जाऊगा, पता पहला PC2 को जाओ, फिर PC3 को जाओ, फिर PC4 को जाओ। ये की है, एक रिंग टोपोलॉजी की अपन एक डायग्राम बना सकते हैं। ठीक है, विद द हेल्प ऑफ स्मार्ट आर्ट। तो हुण अपने एक होर सी कि अपने ऑनलाइन शॉपिंग करनी है, तो उसके लिए अपने स्टैप बाय स्टैप दिखाने सी। ठीक है, प्रोसैस दे विच प्रोसैस किस तरह का हो, स्टैप डाउन। ठीक है जी, स्टैप डाउन तुसीं प्रोसैस नूं लेना चाहुंदे हो कि सब तो पहला की हो, उस तो बाद की हो। तो अपने मान लो ये स्टैप्स ले ने। पहला स्टैप अपना जी ओपन द, चाहे ओपन लिख लो चाहे विजिट लिख लो, ओपन द फ्लिपकार्ट, चाहे अमेजोन लिख लो, अमेजोन साइट। ठीक है, लाइक https://www.flipkart.com। ठीक है, select products with different categories कि तुहानूं ਵੱਖ-ਵੱਖ कैटेगराइज ਦੇ ਰਾਹੀਂ ਤੁਹਾਨੂੰ ਕੀ सिलेक्ट करना पऊगा। एंड कंपेयर द प्रोडक्ट, कंपेयर द प्रोडक्ट प्राइस एंड ਉਹਦੇ फीचर की फीचर ने बाकी दूसरे प्रोडक्ट्स नालों। उस तो बाद ही ਐਡ प्रोडक्ट टू शॉपिंग कार्ट। ਤੁਸੀਂ ਕਦੇ ਮੋਲ 'ਚ ਦੇਖਿਆ ਕਿ ਟਰੋਲੀ ਹੁੰਦੀ ਹੈ, ਟਰੋਲੀ ਨੂੰ ਕਹਿੰਦੇ ਕੋਟ, ਜਿਹਦੇ 'ਚ ਆਪਾਂ ਸਮਾਨ ਚੱਕਦੇ ਹਾਂ ਮੋਲ ਦੇ ਵਿੱਚੋਂ। ਠੀਕ ਹੈ, ਰੈਕ ਦੇ ਵਿੱਚੋਂ ਉਹ ਟਰੋਲੀ 'ਚ ਰੱਖ ਲੈਂਦੇ ਹਾਂ। ਤਾਂ ਇਸ ਤਰ੍ਹਾਂ ਹੀ ਆਪਾਂ ਐਡ ਕਰਦੇ ਹਾਂ ਪ੍ਰੋਡਕਟ ਟੂ ਸ਼ੋਪਿੰਗ ਕਾਰਟ। ਉਹਨੂੰ ਕੀ ਬੋਲਦੇ ਹਾਂ, ਕਾਰਟ ਬੋਲਦੇ ਹਾਂ, ਸ਼ੋਪਿੰਗ ਕਾਰਟ। ਇਸ ਤੋਂ ਕੀ ਕਰਦੇ ਹਾਂ ਆਪਾਂ, मेक द पेमेंट एंड प्लेस द ऑर्डर। उस तो बाद की कर देना, ਉਹਦਾ ऑर्डर प्लेस कर देना। ਤਾਂ ਤੁਹਾਨੂੰ ਆ ਜਿਹੜੇ ਸਟੈਪਸ ਨੇ ਫੋਲੋ ਕਰਨੇ ਪੈਣਗੇ, ਇਹ ਤੁਹਾਨੂੰ ਦੱਸਤਾ ਤੁਸੀਂ। ਠੀਕ ਹੈ ਜੀ, स्टैप 1 स्टैप 2
ਆਪਾਂ ਇੱਥੇ ਲਿਖ ਦਿੰਦੇ ਸਟੈਪ 1 ਸਟੈਪ 2 ਸਟੈਪ 3 ਦੇ ਵਿੱਚ ਤੁਹਾਨੂੰ ਕੀ ਫੋਲੋ ਕਰਨਾ। ਸਟੈਪ 2 ਦੇ 1 ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਨੇ, ਪਹਿਲਾਂ ਕੀ ਕਰਨਾ ਪਊਗਾ, ਤੁਹਾਨੂੰ ਵਿਜ਼ਿਟ ਕਰਨਾ ਪਊਗਾ, ਠੀਕ ਹੈ ਜੀ। ਸਾਈਟ ਦਾ ਨਾਮ ਦਿੱਤਾ ਆਪਾਂ ਨੇ, ਚਾਹੇ ਐਮਾਜ਼ੋਨ ਕਰ ਲਓ, ਚਾਹੇ ਮਿੰਤਰਾ ਕਰ ਲਓ, ਚਾਹੇ ਫਲਿੱਪਕਾਰਟ ਕਰ ਲਓ, ਚਾਹੇ ਪੇਟੀਐਮ ਕਰ ਲਓ, ਜੋ ਵੀ ਤੁਸੀਂ ਸ਼ੋਪਿੰਗ ਕਰਨਾ ਜਿਸ ਰਾਹੀਂ ਵੀ। ਤਾਂ ਇਸ ਤਰ੍ਹਾਂ ਆਪਾਂ ਕੀ ਕਰ ਲਿਆ, ਇੱਕ ਫਲੋ ਕਰ ਲਿਆ ਜਿਹੜਾ ਆਪਣੇ ਪ੍ਰੋਸੈਸ ਸੀ ਜਿਹੜਾ ਉਹਨੂੰ ਸਟੈਪ ਬਾਈ ਸਟੈਪ ਕੇ ਆਪਾਂ ਦਿਖਾਤਾ। ਇਸ ਦਾ ਤੁਸੀਂ ਉਹਨੂੰ ਅਗੇਨ ਲੇਆਊਟ ਚੇਂਜ ਕਰਨਾ ਚਾਹੁੰਦੇ ਹੋ, ਤੁਸੀਂ ਲੇਆਊਟ ਚੇਂਜ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦਿਖਾਉਣਾ ਚਾਹੁੰਦੇ ਤੁਸੀਂ ਉਸ ਨੂੰ। ਜਿਵੇਂ ਇਹਨਾਂ ਦਾ ਹੈ ਸਟੈਪ 1 ਦੇ ਵਿੱਚ, ਸਟੈਪ 2 ਦੇ, ਤਾਂ ਵੱਖ-ਵੱਖ ਕੀ ਨੇ ਆਪਣੇ ਕੋਲ ਸਟੈਪਸ ਦੀ ਲੇਆਊਟਸ। ਤਾਂ ਉਸ ਦਾ ਅੱਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਫਰੰਟ ਤੇ ਉਸ ਨੂੰ ਕਿਸ ਤਰ੍ਹਾਂ ਚਾਹੁੰਦੇ ਸਮਾਰਟ ਆਰਟ ਸਟਾਈਲ ਨੂੰ। ਇਹ 'ਚ ਬਹੁਤ ਸਾਰੇ ਵੱਖ-ਵੱਖ ਹੋਰ ਸਟਾਈਲਸ ਨੇ, ਇਸ ਤਰ੍ਹਾਂ ਚਾਹੁੰਦੇ ਕਿਸ ਤਰ੍ਹਾਂ ਤੁਸੀਂ ਜਿਹੜਾ ਸਟਾਈਲ ਲੈਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਇਹਨੂੰ ਚੂਜ਼ ਕਰ ਸਕਦੇ ਹੋ। ਠੀਕ ਹੈ, ਸ਼ੇਪ ਐਡ ਕਰਨੀ ਹੈ, ਸ਼ੇਪ ਐਡ ਕਰ ਸਕਦੇ ਹੋ। ਮੰਨ ਲਓ ਮੈਂ 3 ਤੋਂ ਬਾਅਦ ਇੱਕ ਹੋਰ ਐਡ ਕਰਨੀ ਹੈ, ਠੀਕ ਹੈ, ਤਾਂ ਇੱਥੇ ਸ਼ੇਪ ਐਡ ਹੋ ਗਈ। ਮੰਨ ਲਓ ਕੋਈ ਸਟੈਪ ਹੋਰ ਹੈ, ਸਟੈਪ 4, ਉਸ ਦੇ ਬਾਰੇ ਤੁਸੀਂ ਲਿਖਣਾ ਚਾਹੁੰਦੇ ਹੋ। accept the product after ठीक है। तो इस तरह आप स्टैप्स ਨੂੰ ਕੀ ਕਰ ਸਕਦੇ ਹਾਂ, ਐਡ ਕਰ ਸਕਦੇ ਹਾਂ ਵਿਦ ਦ ਹੈਲਪ ਆਫ ਐਡ ਸ਼ੇਪ। ਠੀਕ ਹੈ ਜੀ, ਐਡ ਸ਼ੇਪ ਨਾਲ ਤੁਸੀਂ ਕਿਤੇ ਵੀ ਸ਼ੇਪ ਨੂੰ ਐਡ ਕਰ ਸਕਦੇ ਹੋ, ਚਾਹੇ 2 ਦੇ ਵਿੱਚ ਕਰ ਸਕਦੇ ਹੋ, 3 ਦੇ, ਠੀਕ ਹੈ, ਫਰੰਟ ਆਫਟਰ ਜਾਂ ਬਿਫੋਰ। ਠੀਕ ਹੈ, ਫਾਰਮੈਟ ਦੇ ਵਿੱਚ ਤੁਹਾਨੂੰ ਉਹੀ ਜਿਹੜੀਆਂ ਆਪਸ਼ਨਾਂ ਨਜ਼ਰ ਆਉਣਗੀਆਂ, ਕਿਸ ਤਰ੍ਹਾਂ ਤੁਸੀਂ ਇਸਨੂੰ ਲੈਣਾ ਚਾਹੁੰਦੇ ਹੋ, ਆਪਣੀ ਮਰਜ਼ੀ ਨਾਲ ਤੁਸੀਂ ਇਸਨੂੰ ਚੇਂਜ ਵੀ ਕਰ ਸਕਦੇ ਹੋ। ਸਟਾਈਲਸ ਕੋਈ ਜਿਹੜੇ ਟੈਕਸਚਰ ਸਟਾਈਲ ਨੇ ਉਹਨਾਂ ਦਾ ਕੁਝ ਮੰਨ ਲਓ ਸਾਰਾ ਸਿਲੈਕਟ ਕਰੋ, ਠੀਕ ਹੈ, ਉਸ ਤੋਂ ਸਟਾਈਲ ਟੈਕਸਚਰ ਸਟਾਈਲ, ਠੀਕ ਹੈ, ਜਿਹੜੇ ਤੁਹਾਡੇ ਆਰਟ ਨੇ ਵਰਡਸ ਲਿਖੇ ਨੇ ਉਹਨਾਂ ਦਾ ਕੀ ਆਪਾਂ ਸਟਾਈਲ ਕੀ ਕਰ ਸਕਦੇ ਹਾਂ। ਤਾਂ ਵੱਖ-ਵੱਖ ਕੀ ਸੀ ਆਪਣੇ ਕੋਲ ਜੀ, ਇਹ ਫਾਰਮੈਟ ਟੈਬ ਵਿੱਚ ਅੱਖਰਾਂ ਦੀ ਫਾਰਮੈਟਿੰਗ ਕਰ ਸਕਦੇ ਹੋ ਤੁਸੀਂ, ਸ਼ੇਪ ਦੀ ਸਟਾਈਲ ਨੂੰ ਚੇਂਜ ਕਰ ਸਕਦੇ ਹੋ, ਠੀਕ ਹੈ, ਅੱਖਰਾਂ ਦੀ ਸਟਾਈਲ ਨੂੰ ਚੇਂਜ ਕਰ ਸਕਦੇ ਹੋ, ਇਫੈਕਟਸ ਲਗਾ ਸਕਦੇ ਹੋ। ਤੇ ਡਿਜ਼ਾਈਨ ਦੇ ਵਿੱਚ ਤੁਸੀਂ ਇਕੱਲਾ ਉਸ ਦਾ ਡਿਜ਼ਾਈਨ ਦਾ ਜਾਂ ਲੇਆਊਟ ਦਾ ਸਟਰਕਚਰ ਹੈ ਉਹਨੂੰ ਤੁਸੀਂ ਮੋਡੀਫਾਈ ਕਰ ਸਕਦੇ ਹੋ। ਜੇ ਕੋਈ ਚੀਜ਼ ਵੀ ਨਵੀਂ ਤੁਸੀਂ ਸਟੈਪ ਨੂੰ ਐਡ ਕਰਨਾ ਚਾਹੁੰਦੇ ਹੋ ਤਾਂ ਨਵਾਂ ਤੁਸੀਂ ਇਹ ਐਡ ਕਰ ਸਕਦੇ। ਇਸ ਤੋਂ ਬਾਅਦ ਇਹਨਾਂ ਨੇ ਲਿਖਿਆ ਸੀ ਜੀ, ਦੇਖੋ ਕਹਿੰਦੇ ਜੇ ਤੁਸੀਂ ਵਿਜ਼ੂਅਲ ਇਫੈਕਟ ਸ਼ਾਮਲ ਕਰਨਾ, ਮੰਨ ਲਓ ਜਿਹੜੇ ਤੁਹਾਨੂੰ ਸਮਾਰਟ ਆਰਟ ਸਟਾਈਲ ਦੇ ਵਿੱਚੋਂ ਕੀ ਮਿਲਣਗੇ, ਤਾਂ ਤੁਹਾਨੂੰ ਇਸ ਤਰ੍ਹਾਂ ਜਿਹੜੀ ਡਿਜ਼ਾਈਨ ਟੈਬ ਵਿੱਚ ਸਮਾਰਟ ਆਰਟ ਸਟਾਈਲ ਸੀ ਵੱਖ-ਵੱਖ ਤੁਹਾਨੂੰ ਦਿਖਾਏ ਗਏ ਸੀ, ਉਹਨਾਂ ਨੂੰ ਵਰਤੋਂ ਕਰਕੇ ਤੁਸੀਂ ਕੀ ਕਰ ਸਕਦੇ ਹੋ ਜੀ, ਆਪਣੇ ਜਿਹੜੇ ਡਾਇਗਰਾਮਸ ਇਹਨਾਂ ਨੂੰ ਹੋਰ ਵਧੀਆ ਜਿਹੜੀ ਦਿਖਾ ਦੇ ਸਕਦੇ ਹੋ। ਜੇ ਕਲਰ ਚੇਂਜ ਕਰਨਾ ਹੈ ਸੇਮ ਉਹ ਦੇਖੋ ਕਲਰ ਚੇਂਜ ਕਰਨੇ ਦੱਸੇ ਇਹਨਾਂ ਨੇ, ਜਿਵੇਂ ਆਪਾਂ ਨੇ ਦੱਸਿਆ ਸੀ ਇਸ ਦੇ ਵਿੱਚ। ਆ ਕੀ ਤੁਹਾਡੇ ਜੀ ਲੇਆਊਟ, ਕੋਈ ਲੇਆਊਟ ਚੇਂਜ ਕਰਨੀ ਚਾਹੁੰਦੇ ਹੋ ਤਾਂ ਲੇਆਊਟ ਇਸ ਤਰ੍ਹਾਂ ਚੇਂਜ ਕਰਾਂਗੇ ਆਪਾਂ। ਸਟਰਕਚਰ, ਇਹ ਤੁਹਾਡਾ ਸਟਾਈਲ ਹੈ ਕਿ ਕਿਸ ਤਰ੍ਹਾਂ ਤੁਸੀਂ ਲੈਣਾ। ਉਸ ਤੋਂ ਬਾਅਦ ਆਪਣੇ ਜੀ ਕਲਰ, ਕੋਈ ਕਲਰ ਕਿਹੜਾ ਲੈਣਾ, ਐਕਸੈਂਟ 1, ਐਕਸੈਂਟ 2, ਇਹ ਸੀ ਆਪਣਾ ਸਮਾਰਟ ਆਰਟ। ਕਹਿੰਦੇ ਜੇਕਰ ਜਿਹੜਾ ਕੰਟੈਂਟ ਆ ਉਹਨੂੰ ਸੁਧਾਰਨਾ ਚਾਹੁੰਦੇ ਹੋਗੇ, ਜੇਕਰ ਤੁਸੀਂ ਦੂਜਾ ਸਟੈਪ ਜੋੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸਿਆ ਸੀ ਡਿਜ਼ਾਈਨ ਟੈਬ ਵਿੱਚ ਜਾ ਕੇ ਕ੍ਰੀਏਟ ਗ੍ਰਾਫਿਕ ਗਰੁੱਪ ਦੇ ਹੇਠ ਤੁਹਾਨੂੰ ਉਪਲਬਧ ਸੀ ਐਡ ਸ਼ੇਪ, ਜਿਸ ਦੇ ਵਿੱਚ ਲਿਖਿਆ ਸੀ ਆਫਟਰ ਜਾਂ ਬਿਫੋਰ, ਕਿ ਤੁਸੀਂ ਇਸ ਸਟੈਪ ਤੋਂ ਆਫਟਰ ਕਰਨਾ ਚਾਹੁੰਦੇ ਹੋ ਜਾਂ ਬਿਫੋਰ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਲੇਆਊਟ ਦੇ ਵਿੱਚ ਸਵਿਚ ਕਰਨਾ ਚਾਹੁੰਦੇ ਹੋ, ਕ੍ਰੀਏਟ ਗ੍ਰਾਫਿਕਸ ਰਾਈਟ ਟੂ ਲੈਫਟ ਤੁਸੀਂ ਚੇਂਜ ਕਰ ਸਕਦੇ ਹੋ, ਠੀਕ ਹੈ।
ਤੇ ਇੱਕ ਲਿਸਟ ਦੇ ਵਿੱਚ ਲੇਵਲਸ ਨੂੰ ਪ੍ਰਮੋਟ ਕਰਨਾ, ਡਿਮੋਟ ਕਰਨਾ। ਪ੍ਰਮੋਟ ਕਰਨਾ ਮਤਲਬ ਆਪਾਂ ਨੇ ਤਰੱਕੀ ਕਰਨੀ, ਡਿਮੋਟ ਮਤਲਬ ਕਰਨਾ ਆਪਾਂ ਨੂੰ ਫਿਰ ਨੀਚੇ ਲੈ ਕੇ ਆਣਾ। ਠੀਕ ਹੈ, ਤਾਂ ਉਸ ਤਰ੍ਹਾਂ ਕੀ ਆਪਾਂ ਅਪਲਾਈ ਕਰ ਸਕਦੇ ਹਾਂ। ਦੇਖੋ ਜਿਹੜੀ ਨੇ ਗੱਲ ਦੱਸੀ ਹੈ, ਮੰਨ ਲਓ ਇੱਥੇ ਮੈਂ ਐਡ ਕਰਨੇ ਸ਼ੇਪ, ਬਿਫੋਰ ਕਰਨੀ ਹੈ, ਆਫਟਰ ਕਰਨੀ ਹੈ। ਠੀਕ, ਤੇ ਬਿਫੋਰ ਹੋਗੀ ਦੇਖੋ। ਠੀਕ ਹੈ, ਰਾਈਟ ਟੂ ਲੈਫਟ ਤੁਸੀਂ ਜਿਹੜੇ ਸ਼ੇਪਸ ਨੇ ਇਹਨਾਂ ਨੂੰ ਕਿਸ ਸਾਈਡ ਲੈ ਕੇ ਜਾਣਾ, ਇਸ ਸਾਈਡ ਦਿਖਾਉਣਾ ਚਾਹੁੰਦੇ ਹੋ ਜਾਂ ਇਸ ਸਾਈਡ। ਟੈਕਸਟ ਪੈਨ ਕਿਸ ਤਰ੍ਹਾਂ ਤੁਸੀਂ ਟੈਕਸਟ ਪੈਨ ਦਿਖਾਤਾ ਇਹਨਾਂ ਨੇ ਕਿ ਫਸਟ ਦੇ ਵਿੱਚ ਆਪਾਂ ਕੁਝ ਵੀ ਇੱਥੇ ਲਿਖੀ ਚੱਲਾਂਗੇ, ਤੁਹਾਨੂੰ ਨਾਲ ਨਜ਼ਰ ਆਈਏ, ਉਹਨੂੰ ਇੱਥੇ ਨਜ਼ਰ ਆਈਏ। ਡਿਮੋਟ ਕਰਨਾ, ਪ੍ਰਮੋਟ ਕਰਨਾ, ਨੂੰ ਸਿਲੈਕਟ ਕਰੋ, ਪ੍ਰਮੋਟ ਰਿਮੋਟ ਕਰ ਦਿਓ। ਤੇ ਜਿਸ ਤਰ੍ਹਾਂ ਤੁਸੀਂ ਇਸ ਨੂੰ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਇਹਨੂੰ ਕਈ ਮੋਡੀਫਾਈ ਕਰ ਸਕਦੇ ਹੋ, ਫਾਰਮੈਟ ਕਰ ਸਕਦੇ ਹੋ, ਸੁਧਾਰ ਸਕਦੇ ਹੋ। ਤਾਂ ਜਿਹੜਾ ਅੱਜ ਆਪਾਂ ਸਿੱਖਿਆ ਸੀ ਜੀ ਕਿ ਕਿਸ ਤਰ੍ਹਾਂ ਆਪਾਂ ਸਮਾਰਟ ਆਰਟ ਦੀ ਵਰਤੋਂ ਨਾਲ ਇੱਕ ਕਿਸੇ ਜਦੋਂ ਆਪਾਂ ਪ੍ਰੋਜੈਕਟ ਤੇ ਕੰਮ ਕਰਦੇ ਹਾਂ ਉਸ ਦਾ ਪ੍ਰੋਸੈਸ ਨੂੰ ਸਮਝਾਉਣਾ ਹੋਵੇ ਡਾਇਗ੍ਰਾਮੈਟਿਕਲੀ, ਗ੍ਰਾਫਿਕਲੀ ਮਤਲਬ, ਠੀਕ ਹੈ, ਡਾਇਗ੍ਰਾਮ ਦੀ ਮਦਦ ਨਾਲ, ਤਾਂ ਤੁਸੀਂ ਕੀ ਕਰਨਾ ਹੈਗਾ, ਸਮਾਰਟ ਆਰਟ ਦੀ ਵਰਤੋਂ ਕਰਨੀ। ਸਮਾਰਟ ਆਰਟ ਦੀ ਵਰਤੋਂ ਕਰਕੇ ਤੁਸੀਂ ਵੱਖ ਸਟੈਪਸ ਨੂੰ ਉਹਨੂੰ ਕੈਟਾਗਰਾਈਜ਼ ਦੇ ਅਕੋਰਡਿੰਗ ਸ਼੍ਰੇਣੀਆਂ ਦੇ ਵਿੱਚ ਤੁਸੀਂ ਦੇਖ ਕੇ ਕਿਹੜੇ ਤੁਸੀਂ ਸਟਾਈਲ ਨੂੰ ਵਰਤਣਾ ਚਾਹੁੰਦੇ ਹੋ ਉਸ ਨੂੰ ਵਰਤ ਕੇ ਉਹ ਕੀ ਇੱਕ ਪੇਸ਼ਕਾਰੀ ਉਹਦੀ ਕਰ ਸਕਦੇ। ਠੀਕ ਹੈ, ਤਾਂ ਅੱਜ ਆਪਾਂ ਸਮਾਰਟ ਆਰਟ ਦੇ ਬਾਰੇ ਸਾਰਾ ਕੁਝ ਜਾਣ ਚੁੱਕੇ ਹਾਂ। ਸੋ ਥੈਂਕ ਯੂ।